12th क्लास। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਐਕਸਰਸਾਈਜ਼ 5.3 ਨੂੰ ਕੰਪਲੀਟ ਕਰਾਂਗੇ। ਠੀਕ ਹੈ ਜੀ, ਕੁਐਸਚਨ ਨੰਬਰ 9 ਟੂ ਕੁਐਸਚਨ ਨੰਬਰ 15 ਕਰਾਂਗੇ। ਬਿਕੋਜ਼ ਜਿਵੇਂ ਆਪਣੇ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਨੇ ਐਕਸਰਸਾਈਜ਼ 5.3 ਦੇ ਕੁਐਸਚਨ ਨੰਬਰ 1 ਟੂ ਕੁਐਸਚਨ ਨੰਬਰ 8 ਤੱਕ ਕੰਪਲੀਟ ਕਰ ਲਏ ਸੀਗੇ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਕੁਐਸਚਨ ਨੰਬਰ 9 ਤੋਂ ਸਟਾਰਟ ਕਰ ਰਹੇ ਹਾਂ, ਡੈਰੀਵੇਟਿਵ ਆਫ ਦਾ ਇਨਵਰਸ ਟ੍ਰਿਗਨੋ। ਠੀਕ ਹੈ ਜੀ, ਇਨਵਰਸ ਟ੍ਰਿਗਨੋਮੈਟਰੀ ਦਾ ਡੈਰੀਵੇਟਿਵ। ਸੋ ਇਸ ਲਈ ਕੁਝ ਫਾਰਮੂਲਾਜ਼ ਦੀ ਆਪਾਂ ਨੂੰ ਜ਼ਰੂਰਤ ਹੋਏਗੀ ਇਨਵਰਸ ਟ੍ਰਿਗਨੋਮੈਟਰੀ ਜਾਂ ਟ੍ਰਿਗਨੋਮੈਟਰੀ ਦੇ ਫਾਰਮੂਲਾਜ਼ ਦੀ। ਜਿਵੇਂ ਇੱਕ ਫਾਰਮੂਲਾ ਮੈਂ ਠੀਕ ਹੈ ਜੀ ਲਿਖਿਆ ਹੈ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਰਾਈਟ ਸਾਈਡ ਦੇ ਉੱਤੇ। ਕੁਐਸਚਨ ਨੰਬਰ 9th ਹੈਗਾ ਆਪਣੇ ਕੋਲ y = ਸਾਈਨ ਇਨਵਰਸ 2x ਅਪੋਨ 1 ਪਲੱਸ x ਸਕੁਅਰ। ਸੋ ਇਹ ਫਾਰਮੂਲਾ ਦੇ ਬੇਸ ਦੇ ਉੱਤੇ ਕੁਐਸਚਨਸ ਹੋਣੇ ਨੇ ਸਾਰੇ ਤੁਹਾਡੇ। ਠੀਕ ਹੈ ਜੀ, ਇੱਕ ਫਾਰਮੂਲਾ ਲਿਖਤਾ ਇਸ ਕੁਐਸਚਨ ਦੇ ਰਿਗਾਰਡਿੰਗ ਇਹ ਫਾਰਮੂਲਾ। ਠੀਕ ਹੈ ਜੀ, ਹੁਣ ਤੁਸੀਂ ਦੇਖੋ ਕਿ ਸਾਈਨ 2 ਥੀਟਾ ਦੀ ਵੈਲਿਊ ਕੀ ਹੁੰਦੀ ਹੈ, 2 tan ਥੀਟਾ ਅਪੋਨ 1 ਪਲੱਸ tan ਸਕੁਅਰ ਥੀਟਾ। ਜੇਕਰ ਆਪਾਂ ਨੂੰ ਇਹ ਚੀਜ਼ ਕਿਤੇ ਮਿਲ ਜਾਵੇ ਤਾਂ ਆਪਾਂ ਕੀ ਲਿਖ ਸਕਦੇ ਹਾਂ, ਸਾਈਨ 2 ਥੀਟਾ ਲਿਖ ਸਕਦੇ ਹਾਂ। ਠੀਕ ਹੈ ਜੀ, ਜੇ ਆਪਾਂ ਨੂੰ ਕੀ ਮਿਲ ਜਾਵੇ 2 tan ਥੀਟਾ ਅਪੋਨ 1 ਪਲੱਸ tan ਸਕੁਅਰ ਥੀਟਾ। ਠੀਕ ਹੈ ਜੀ, ਤਾਂ ਆਪਾਂ ਸਾਈਨ 2 ਥੀਟਾ ਲਿਖ ਸਕਦੇ ਹਾਂ। ਸੋ ਹੁਣ ਜੇ ਤੁਸੀਂ ਕੁਐਸਚਨ ਦੇ ਵੱਲ ਦੇਖੋ ਤਾਂ ਜੇਕਰ ਆਪਾਂ tan ਪੁੱਟ ਕਰ ਦਈਏ x ਦੀ ਜਗ੍ਹਾ 'ਤੇ ਤਾਂ ਬਿਲਕੁਲ ਸੇਮ ਫਾਰਮੈਟ ਬਣ ਜਾਏਗਾ ਨਾ। ਜੇ ਉਹ tan ਪੁੱਟ ਕਰ ਦਈਏ ਤਾਂ ਕੀ ਬਣ ਜਾਏਗਾ, 2 tan 1 ਪਲੱਸ tan ਸਕੁਅਰ ਥੀਟਾ। ਸੋ ਇੱਥੇ ਆਪਾਂ ਕੀ ਲਿਖ ਸਕਾਂਗੇ, ਸਾਈਨ 2 ਥੀਟਾ। ਫਾਰਮੂਲਾਜ਼ ਨੂੰ ਬਣਾਉਣਾ ਕਿਵੇਂ ਆ, ਫਾਰਮੂਲਾਜ਼ ਨੂੰ ਬਣਾਉਣਾ ਹੈ ਇਸ ਚੀਜ਼ ਨੂੰ ਦੇਖ ਕੇ, ਜਿਵੇਂ ਇਨਵਰਸ ਵਾਲੀ ਵੈਲਿਊ ਕੁਛ ਪਈ ਆ ਆਪਣੇ ਕੋਲ ਹੈ ਨਾ, ਜਾਂ ਤਾਂ ਆਪਾਂ ਇਹੀ ਵੈਲਿਊ ਐਜ਼ ਇਟ ਇਜ਼ ਬਣਾ ਦਈਏ ਇਨਵਰਸ ਵਾਲੀ, ਜਿਵੇਂ ਸਾਈਨ 2 ਥੀਟਾ ਬਣ ਰਿਹਾ ਇੱਥੇ, ਇਹੀ ਬਣਾ ਦਈਏ, ਜਾਂ ਉਹਦਾ ਕੰਪਲੀਮੈਂਟ ਬਣਾ ਦਈਏ। ਉਹ ਅਗਲੇ ਕੁਐਸਚਨਸ 'ਚ ਆਪਾਂ ਦੇਖਾਂਗੇ। ਸੋ ਸਟਾਰਟ ਕਰਦੇ ਹਾਂ। ਲੈਟ ਜੋ x ਹੈ ਇਸ ਨੂੰ ਆਪਾਂ ਲੈਟ ਕਰ ਲਓ tan ਥੀਟਾ। ਜੇਕਰ x ਨੂੰ tan ਥੀਟਾ ਪੁੱਟ ਕਰ ਲਿਆ ਤਾਂ ਓਬਵੀਅਸ ਹੈ ਥੀਟਾ ਦੀ ਵੈਲਿਊ ਕੀ ਹੋ ਜਾਏਗੀ ਬੇਟਾ, ਥੀਟਾ ਐਜ਼ ਇਟ ਇਜ਼ tan ਇੱਧਰ ਜਾ ਕੇ ਕੀ ਬਣ ਜਾਏਗਾ, ਇਨਵਰਸ। ਸੋ tan ਇਨਵਰਸ x ਇਹ ਚੀਜ਼ ਬਣ ਜਾਏਗੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਬਾਅਦ ਦੇ ਵਿੱਚ ਡੈਰੀਵੇਟਿਵ ਕਰਨਾ ਆਪਾਂ ਨੇ ਇਸ ਦਾ। ਠੀਕ ਹੈ ਜੀ, ਡਿਫਰੈਂਸ਼ੀਏਟ ਬਾਅਦ 'ਚ ਕਰਨਾ, ਪਹਿਲਾਂ ਇਹਦੀ ਸੈਟਿੰਗ ਕਰਨੀ ਹੈ ਕੁਐਸਚਨ ਦੀ। ਸੋ y ਕੀ ਬਣ ਗਿਆ, ਹੁਣ y ਬਣ ਗਿਆ ਸਾਈਨ ਇਨਵਰਸ, ਉਰੇ tan ਪੁੱਟ ਹੋਇਆ ਤਾਂ 2 tan ਥੀਟਾ ਅਪੋਨ 1 ਪਲੱਸ tan ਸਕੁਅਰ ਆਫ ਥੀਟਾ। ਠੀਕ ਹੈ ਜੀ, ਸੋ ਆਪਾਂ ਕੀ ਕਹਿ ਸਕਦੇ ਹਾਂ ਕਿ y = ਸਾਈਨ ਇਨਵਰਸ। ਹੁਣ ਇੱਥੇ ਕੀ ਲਿਖੀਏ, ਇੱਥੇ ਲਿਖ ਦਿੰਦੇ ਹਾਂ ਆਹ ਵਾਲੀ ਵੈਲਿਊ ਬੇਟਾ। ਠੀਕ ਹੈ ਜੀ, ਸਾਈਨ 2 ਥੀਟਾ ਵਾਲੀ। ਸੋ ਉਰੇ ਲਿਖ ਦਿੰਦੇ ਹਾਂ ਆਪਾਂ ਸਾਈਨ 2 ਥੀਟਾ। ਸੋ ਹੁਣ ਦੇਖੋ ਸਾਈਨ ਇਨਵਰਸ ਤੇ ਸਾਈਨ ਕੀ ਹੋ ਜਾਣਗੇ, ਕੈਂਸਲ ਹੋ ਗਏ। ਸੋ y = ਵਟ 2 ਥੀਟਾ। ਠੀਕ ਹੈ ਜੀ, ਹੁਣ ਆਪਾਂ ਡੈਰੀਵੇਟਿਵ ਕਰਨਾ y ਦਾ, ਬਟ ਕਿਹਦੇ ਨਾਲ ਕਰਨਾ, ਵਿਦ ਰਿਸਪੈਕਟ ਟੂ x ਕਰਨਾ ਨਾ। ਦੇਅਰਫੋਰ ਇੱਥੇ ਵੈਲਿਊ ਕਿਹਦੀ ਚਾਹੀਦੀ ਹੈ, x ਦੀ ਚਾਹੀਦੀ ਹੈ। ਇਸ ਲਈ ਆਪਾਂ ਇਸ ਦੀ ਜਗ੍ਹਾ 'ਤੇ ਕਿਹਦੀ ਵੈਲਿਊ ਪੁੱਟ ਕਰ ਦਈਏ ਬੇਟਾ, ਥੀਟਾ ਦੀ ਵੈਲਿਊ ਪੁੱਟ ਕਰ ਦਈਏ ਨਾ। ਆਹ ਥੀਟਾ ਦੀ ਵੈਲਿਊ ਕੱਢੀ ਸੀ ਆਪਾਂ ਨੇ ਉਰੇ, ਆਹ ਦੇਖੋ। ਠੀਕ ਹੈ ਜੀ, ਆਹ ਵਾਲੀ ਵੈਲਿਊ ਆਪਾਂ ਨੇ ਪੁੱਟ ਕਰ ਦੇਣੀ ਆ। ਥੀਟਾ ਦੀ ਵੈਲਿਊ ਕੀ ਸੀ ਆਪਣੇ ਕੋਲ, tan ਇਨਵਰਸ x। ਸੋ ਆਪਾਂ ਲਿਖ ਸਕਦੇ ਹਾਂ ਇਹਨੂੰ ਐਵੇਂ ਕਿ y = 2 tan ਇਨਵਰਸ x। ਹੁਣ ਦੇਖੋ ਬਿਲਕੁਲ ਛੋਟੀ ਜੀ ਹੋ ਗਈ ਸਾਰੀ ਵੈਲਿਊ y ਦੀ। ਠੀਕ ਹੈ ਜੀ, ਸਮੋਲ ਹੋ ਗਈ y ਦੀ ਵੈਲਿਊ, ਪਲੱਸ x ਦੇ ਵਿੱਚ ਆ ਗਈ। ਸੋ ਹੁਣ ਆਪਾਂ ਇਹਨੂੰ ਡਿਫਰੈਂਸ਼ੀਏਟ ਆਰਾਮ ਨਾਲ ਕਰ ਸਕਦੇ ਹਾਂ ਈਜ਼ਲੀ। ਸੋ dy/dx = 2 ਤਾਂ ਕੌਂਸਟੈਂਟ ਐਜ਼ ਇਟ ਇਜ਼ ਰਹਿ ਗਿਆ। ਹੁਣ ਡੈਰੀਵੇਟਿਵ ਆਫ ਦਾ tan ਇਨਵਰਸ x, ਜੇ ਤੁਸੀਂ ਧਿਆਨ ਦੇਵੋ ਕਿ ਡੈਰੀਵੇਟਿਵ ਦੇ ਫਾਰਮੂਲਾਜ਼ ਲਿਖਵਾਏ ਸੀ ਜਿਹੜੇ, ਉਸ 'ਚ ਲਿਖਿਆ ਹੋਇਆ ਸੀਗਾ ਡੈਰੀਵੇਟਿਵ ਆਫ tan ਇਨਵਰਸ x ਕੀ ਹੈ। ਠੀਕ ਹੈ ਜੀ, ਡੈਰੀਵੇਟਿਵ ਆਪਾਂ ਦੇਖਾਂਗੇ ਜੇਕਰ tan ਇਨਵਰਸ x ਦਾ, ਉਹ ਹੋ ਜਾਏਗਾ ਬੇਟਾ ਤੁਹਾਡੇ ਕੋਲ 1/1 ਪਲੱਸ x ਸਕੁਅਰ। ਠੀਕ ਹੈ ਜੀ, ਇਹਨੂੰ ਨੋਟ ਡਾਊਨ ਕਰ ਲੈਣਾ ਆਪਾਂ ਨੇ। ਸੋ ਇੱਥੇ ਪੁੱਟ ਕਰਾਂਗੇ ਡੈਰੀਵੇਟਿਵ 1/1 ਪਲੱਸ x ਸਕੁਅਰ। ਸੋ ਹੁਣ 2 ਨੂੰ ਉੱਪਰ ਮਲਟੀਪਲਾਈ 2/1 ਪਲੱਸ x ਸਕੁਅਰ, ਵਿਚ ਇਜ਼ ਦਾ ਰਿਕੁਆਇਰਡ ਸੋਲਿਊਸ਼ਨ ਫॉर द क्वेश्चन नंबर 1। ओके, ਐਵੇਂ ਤੁਹਾਡਾ ਕੁਐਸਚਨ ਸੋਲਵ ਹੋ ਗਿਆ। ਸੋ ਨਾਓ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਫਾਰਮੂਲਾ ਇੱਕ ਆਪਾਂ ਦੇਖਾਂਗੇ ਵਿੱਚ, ਕਿਉਂਕਿ ਕੁਐਸਚਨ ਨੰਬਰ 10th ਜੋ ਆਪਾਂ ਨੇ ਕਰਨਾ ਉਸ ਦੇ ਵਿੱਚ ਇਸ ਦਾ ਯੂਜ਼ ਹੋਏਗਾ। ਜੇਕਰ 3 tan ਥੀਟਾ ਮਾਈਨਸ tan ਕਿਊਬ ਥੀਟਾ ਅਪੋਨ 1 ਮਾਈਨਸ 3 tan ਸਕੁਅਰ ਥੀਟਾ ਆ ਜਾਵੇ, ਇਹ ਜੀ ਫਾਰਮ ਹੋ ਜਾਵੇ, ਤਾਂ ਉਹਦੀ ਜਗ੍ਹਾ 'ਤੇ ਕੀ ਲਿਖਿਆ ਜਾ ਸਕਦਾ ਹੈ, tan 3 ਥੀਟਾ। ਠੀਕ ਹੈ ਜੀ, 3 tan ਥੀਟਾ ਮਾਈਨਸ tan ਦੀ ਕਿਊਬ ਥੀਟਾ ਅਪੋਨ 1 ਮਾਈਨਸ 3 tan ਸਕੁਅਰ ਥੀਟਾ। ਹੁਣ ਆਪਾਂ ਕੁਐਸਚਨ ਨੰਬਰ 10 'ਤੇ ਚੱਲਦੇ ਹਾਂ। ਕੁਐਸਚਨ ਨੰਬਰ 10 ਦੇਖੋ, y = tan ਇਨਵਰਸ ਇੰਟੂ 3x ਮਾਈਨਸ x ਕਿਊਬ ਅਪੋਨ 1 ਮਾਈਨਸ 3x ਸਕੁਅਰ। ਸੋ ਜੋ ਨਾਲ ਦਿੱਤਾ ਹੋਇਆ ਨਾ ਵੈਲਿਊ x ਦੀ -1/3 रूट है जो,
ਤੇ ਉਸ ਤੋਂ ਬਾਅਦ 1/√3 ਪੋਜ਼ਿਟਿਵ। ਇਹ ਚੀਜ਼ ਹੈ ਡੋਮੇਨ ਚੈੱਕ ਕਰਨ ਦੀ ਬੇਟਾ, ਕਿ ਤੁਸੀਂ ਨਾ ਇਹ ਡੋਮੇਨ ਦੇ ਵਿੱਚ ਆਪਣੇ ਕੋਲ ਵੈਲਿਊਜ਼ ਨੇ ਜਿਹੜੀਆਂ, ਜੇਕਰ ਆਪਾਂ ਇਸ ਦੇ ਵਿੱਚ ਰੱਖਾਂਗੇ ਤਾਂ ਠੀਕ ਹੈ, ਅਦਰਵਾਈਜ਼ ਆਪਣੇ ਕੋਲ ਕੀ ਹੋ ਜਾਂਦਾ ਹੁੰਦਾ, ਵੈਲਿਊਜ਼ ਤੁਹਾਡੀਆਂ 0 ਬਣਾ ਦਿੰਦੀਆਂ ਨੇ ਨੀਚੇ। ਜੇਕਰ ਵੈਲਿਊ 0 ਬਣਾ ਦੇਵੇ ਨੀਚੇ ਤਾਂ ਫੰਕਸ਼ਨ ਨੋਟ ਡਿਫਾਈਨ ਹੋ ਜਾਂਦਾ ਹੁੰਦਾ। ਸੋ ਇਹ ਰਿਸਟ੍ਰਿਕਸ਼ਨਸ ਬੋਲਦੇ ਨੇ ਇਹਨਾਂ ਨੂੰ, ਠੀਕ ਹੈ ਜੀ। ਇਸ ਦੀ ਹੈਲਪ ਕਿਤੇ ਕੁਐਸਚਨਸ ਦੇ ਵਿੱਚ ਹੁੰਦੀ ਵੀ ਆ, ਤੁਹਾਡੀ ਸਾਰਿਆਂ 'ਚ ਹੁੰਦੀ ਹੈ ਇਵਨ ਕਿ, ਬਟ ਜੋ ਆਪਾਂ ਨੂੰ ਜ਼ਿਆਦਾ ਨੈਸੈਸਰੀ ਜ਼ਰੂਰਤ ਨਹੀਂ ਇਹਦੀ ਹੁੰਦੀ ਇਸ ਟਾਈਮ ਦੇ ਲਈ, ਠੀਕ ਹੈ ਜੀ, ਕਿਉਂਕਿ ਆਪਾਂ ਕੁਐਸਚਨਸ ਜਿਹੜੇ ਸੋਲਵ ਕਰ ਰਹੇ ਹਾਂ ਇਹ ਐਜ਼ ਇਟ ਇਜ਼ ਡਿਫਾਈਨ ਕੁਐਸਚਨ ਨੇ, ਠੀਕ ਹੈ ਜੀ। ਸੋ ਹੁਣ ਦੇਖੋ ਸੋਲੂਸ਼ਨ ਇਸ ਦਾ ਕੀ ਬਣੇਗਾ, ਆਪਾਂ ਟੇਕ ਕਰ ਲੈਂਦੇ ਹਾਂ ਉਵੇਂ ਸੇਮ ਐਜ਼ ਇਟ ਇਜ਼, ਐਕਸ ਨੂੰ ਕੀ ਟੇਕ ਕਰ ਲਈਏ ਬੇਟਾ, tan थीटा, ठीक है जी। सो tan थीटा टेक किया, देयरफॉर y इक्वल्स टू व्हाट, tan इनवर्स 3 tan थीटा माइनस tan क्यूब थीटा अपॉन 1 माइनस 3 tan स्क्वायर थीटा। सो हुण आपां नूं पता कि आह वैल्यू है जिहड़ी वो किस दे इक्वल हुंदी है, tan 3 थीटा दे। सो आपां की पुट कर सकते हैं बेटा, tan 3 थीटा पुट कर सकते हैं, y इक्वल्स टू व्हाट, tan इनवर्स ਉਸ ਤੋਂ ਬਾਅਦ tan 3 ਥੀਟਾ, ਠੀਕ ਹੈ ਜੀ। ਸੋ ਹੁਣ ਜੇਕਰ ਆਪਾਂ ਇੱਥੇ ਦੇਖੀਏ ਤੁਹਾਡੇ ਕੋਲ x ਦੀ ਵੈਲਿਊ ਤਾਂ ਪੁੱਟ ਕਰਤੀ ਆਪਾਂ ਨੇ, x ਦੀ ਵੈਲਿਊ ਕੀ ਪੁੱਟ ਕੀਤੀ, tan ਥੀਟਾ, ਤੇ ਥੀਟਾ ਦੀ ਵੈਲਿਊ ਕੀ ਆ ਜਾਏਗੀ ਬੇਟਾ, tan ਇਨਵਰਸ x ਆ ਜਾਏਗੀ, ਕਿਉਂਕਿ ਆਪਾਂ ਨੂੰ ਜ਼ਰੂਰਤ ਪੈਣੀ ਹੈ ਨਾ ਪੁੱਟ ਕਰਨ ਦੇ ਲਈ। ਦੇਅਰਫੋਰ ਸੋ tan ਦੇ ਨਾਲ tan ਕੈਂਸਲ ਹੋ ਗਿਆ, tan ਇਨਵਰਸ ਦੇ ਨਾਲ tan ਕੈਂਸਲ ਹੋ ਗਿਆ, ਇੱਕ ਨੂੰ ਬੋਲਣਾ ਆਪਾਂ ਨੇ ਇਸ ਨੂੰ, ਠੀਕ ਹੈ ਜੀ। y ਇਕੁਅਲਸ ਟੂ 3 ਥੀਟਾ, ਯਾਨੀ ਕਿ ਜਿਹੜੀ y ਦੀ ਵੈਲਿਊ ਆ 3 tan ਇਨਵਰਸ x ਹੋगी। ਹੁਣ ਆਪਾਂ ਡੈਰੀਵੇਟਿਵ ਕਰ ਲਓ ਬੇਟਾ, dy dx ਕੀ ਆ ਜਾਏਗਾ 3 tan ਦਾ ਡੈਰੀਵੇਟਿਵ ਆਪਾਂ ਨੂੰ ਪਤਾ 1 + x ਸਕੁਅਰ, देयरफॉर ਆਨਸਰ ਕੀ ਆ ਜਾਏਗਾ 3/1 + x ਸਕੁਅਰ, ਵਿਚ ਇਜ਼ ਦਾ ਰਿਕੁਆਇਰਡ ਸੋਲੂਸ਼ਨ ਫॉर ਕੁਐਸਚਨ ਨੰਬਰ 10, ਠੀਕ ਹੈ ਜੀ। ਸੋ ਹੁਣ ਕੁਐਸਚਨ ਨੰਬਰ 11 ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਫਾਰਮੂਲਾ ਦੇਖਣਾ ਪੈਣਾ, ਕਿਹੜਾ ਕਿ 1 - tan ਸਕੁਅਰ ਥੀਟਾ अपॉन 1 + tan ਸਕੁਅਰ ਥੀਟਾ। ਇਸ ਦੀ ਵੈਲਿਊ ਕੀ ਹੁੰਦੀ ਹੈ ਬੇਟਾ, cos 2 ਥੀਟਾ, ਠੀਕ ਹੈ ਜੀ। ਸੇਮ ਐਜ਼ ਇਟ ਇਜ਼ ਜਿਵੇਂ ਪ੍ਰੀਵੀਅਸ ਫਾਰਮੂਲਾਸ ਕੀਤੇ ਨੇ, ਕਿ ਜੋ 1 - tan ਸਕੁਅਰ ਥੀਟਾ ਹੈ अपॉन 1 + tan ਸਕੁਅਰ ਥੀਟਾ, ਜੇ ਐਵੇਂ ਦੀ ਫਾਰਮ ਬਣਦੀ ਹੋਵੇ ਤਾਂ ਉਹਦੀ ਜਗ੍ਹਾ ਤੇ ਕੀ ਪੁੱਟ ਕੀਤਾ ਜਾ ਸਕਦਾ ਹੈ, cos 2 ਥੀਟਾ, ਠੀਕ ਹੈ ਜੀ। ਸੋ ਕੁਐਸਚਨ ਨੰਬਰ 11 ਦੇਖੋ, y = cos ਇਨਵਰਸ। ਹੁਣ cos ਇਨਵਰਸ ਆ ਤਾਂ ਓਬਵੀਅਸ ਆਪਾਂ ਨੂੰ ਕੁਝ ਇਹੋ ਜਿਹਾ ਫਾਰਮੂਲਾ ਦੇਖਣਾ ਪਏਗਾ ਜਿਹੜਾ cos ਬਣੇ, ਠੀਕ ਹੈ ਜੀ। ਸੋ 1 - x ਸਕੁਅਰ 1 + x ਸਕੁਅਰ, ਸੇਮ ਐਜ਼ ਇਟ ਇਜ਼ ਪੁੱਟ ਕਰ ਲੈਂਦੇ ਆਪਾਂ x = tan थीटा, ठीक है जी। इसका मतलब की होया कि थीटा किस से इक्वल हो जाएगा बेटा, tan इनवर्स x ਦੇ ਇਕੁਅਲ ਹੋ ਜਾਏਗਾ, ਠੀਕ ਹੈ ਜੀ। ਸੋ y ਦੀ ਵੈਲਿਊ ਕੀ ਆ ਜਾਏਗੀ ਤੁਹਾਡੇ ਕੋਲ, y = cos ਇਨਵਰਸ 1 - tan ਪੁੱਟ ਕੀਤਾ ਨਾ tan ਸਕੁਅਰ ਥੀਟਾ, ਨੀਚੇ 1 + tan ਸਕੁਅਰ ਥੀਟਾ, ਠੀਕ ਹੈ ਜੀ। ਸੋ ਹੁਣ ਇਹਨੂੰ ਕਿਵੇਂ ਲਿਖਿਆ ਜਾ ਸਕਦਾ, y = cos ਇਨਵਰਸ, ਇੱਥੇ ਕੀ ਲਿਖ ਸਕਦੇ ਆ ਬੇਟਾ, ਫਾਰਮੂਲਾ ਯੂਜ਼ ਕਰ ਲਓ, ਠੀਕ ਹੈ ਜੀ, cos 2 थीटा। सो cos इनवर्स से cos कैंसल हो गया, y = 2 थीटा आ गया। हुण तुहानूं पता है कि थीटा की वैल्यू की है, y = 2, थीटा की वैल्यू आपां ने निकाली हुई है tan इनवर्स x, ठीक है जी, tan इनवर्स x। सो हुण डेरीवेटिव कर लैंदे आपां, ठीक है जी, ईजिली। जेकर आपां डेरीवेटिव करांगे ना इसका, देखो y = 2 tan इनवर्स x का, तो जो dy/dx होगा = 2 तो एज इट इज़ रह जाएगा, ठीक है। बट tan इनवर्स x का आपां नूं पता 1 + x ਸਕੁਅਰ, देयरफॉर साडा डेरीवेटिव जो है वो की आ जाएगा 2 मल्टीप्लाई करवा के ओवर 1 + x ਸਕੁਅਰ, विच इज़ द रिक्वायर्ड सोल्यूशन फॉर क्वेश्चन नंबर 11। हाँ जी, हुण आपां 12 नंबर क्वेश्चन नूं देखदे हां। की क्वेश्चन है कि y = sin इनवर्स 1 - x ਸਕੁਅਰ 1 + x ਸਕੁਅਰ। ਹੁਣ ਜੇਕਰ ਆਪਾਂ ਦੇਖੀਏ 1 - x ਸਕੁਅਰ 1 + x ਸਕੁਅਰ, ਤਾਂ ਆਪਣੇ ਮਾਈਂਡ ਦੇ ਵਿੱਚ ਫਾਰਮੂਲਾ ਆ ਰਿਹਾ ਹੈ, ਸਟਰਾਈਕ ਕਰ ਰਿਹਾ ਹੈ ਕਿ 1 - x ਸਕੁਅਰ 1 + x ਸਕੁਅਰ, ਜੇ tan ਪੁੱਟ ਕਰ ਦਈਏ ਤਾਂ ਵੈਲਿਊ cos ਆ ਜਾਏਗੀ। ਬਟ ਸਾਈਨ ਦਾ ਫਾਰਮੂਲਾ ਉਰੇ ਚਾਹੀਦਾ ਆਪਾਂ ਨੂੰ, ਹੈ ਨਾ, ਕਿਉਂਕਿ ਸਾਈਨ ਦਿੱਤਾ ਹੋਇਆ ਤੁਹਾਡੇ ਕੋਲ ਗਿਵਨ। ਬਟ ਸਾਈਨ ਦੇ ਫਾਰਮੂਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕੀ ਸੀਗਾ ਬੱਚੇ, ਫਾਰਮੂਲਾ ਸਾਈਨ ਦਾ ਸੀ ਐਵੇਂ ਦਾ ਕਿ sin 2 ਥੀਟਾ ਸੀਗਾ 2 tan ਥੀਟਾ अपॉन 1 + tan ਸਕੁਅਰ ਥੀਟਾ। ਸੋ ਆਪਾਂ ਕੁਐਸਚਨ ਨੂੰ ਦੇਖੀਏ ਤਾਂ ਨਹੀਂ ਬਣ ਰਿਹਾ, cos ਦਾ ਫਾਰਮੂਲਾ ਬਣ ਰਿਹਾ। ਹੁਣ ਕੀ ਕੀਤਾ ਜਾਵੇ, ਠੀਕ ਹੈ ਜੀ। ਹੁਣ ਕੁਛ ਨਹੀਂ ਕਰਨਾ ਆਪਾਂ ਨੇ, ਸੇਮ ਐਜ਼ ਇਟ ਇਜ਼ tan ਪੁੱਟ ਕਰੋ, ਠੀਕ ਹੈ ਜੀ, cos ਦੇ ਵਿੱਚ ਫਾਰਮੂਲਾ ਲਿਆਓ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਕਰਾਂਗੇ। y = sin ਇਨਵਰਸ, ਦੇਖੋ ਪੁਟਿੰਗ ਕਰ ਲੈਂਦੇ ਹਾਂ ਉਰੇ, ਪੁੱਟ ਕਰ ਲਓ। ਕੀ ਪੁੱਟ ਕਰਾਂਗੇ, x = tan ਥੀਟਾ, ਠੀਕ ਹੈ ਜੀ। ਉਸ ਤੋਂ ਬਾਅਦ
जो तुहाडे कोल इस दा थीटा आ जाएगा वो की आ जाऊगा बेटा tan इनवर्स x आ जाएगा। ठीक है जी। हुण देखो साइन इनवर्स एज इट इज़ आ 1 माइनस tan स्केयर ऑफ थीटा अपॉन 1 प्लस tan स्केयर ऑफ थीटा। हुण y की वैल्यू की आ गई बेटा तुहाडे कोल साइन इनवर्स इत्थे की लिखिया जा सकदा इत्थे आपां नूं लिखना पेगा जो प्रीवियस कॉस के लिए फॉर्मूला किया बेटा यानी कि कॉस 2 थीटा। ठीक है। हुण आपां की रिजल्ट यूज़ करना आपां ने रिजल्ट 10th क्लास के विच किया होया की चीज़ 10th क्लास की हुई है कि जेकर साइन या किसी भी कॉम्पलीमेंटरी टी रेशोज़ की गल कर रहे हैं आप साइन 90 ਦੇ ਵਿੱਚੋਂ कुछ ना कुछ एंगल माइनस हो जाए तो वह की बन जाता होंगे बेटा कॉस थीटा। जेकर कॉस 90 ਦੇ ਵਿੱਚੋਂ कुछ ना कुछ एंगल माइनस हो जाए तो वह बन जाता होंगे साइन थीटा। 90 का मतलब कि π/2। ठीक है जी। 90 का मतलब कि π/2 यानी लिख सकते हैं आप कि हुण देखो कॉस थीटा ਆਪਾਂ बनाना किहदे विच आ बेटा साइन दे विच बनाना। सो जेकर एवें लिखिया जाए कि साइन π/2 ਦੇ ਵਿੱਚੋਂ ਆਪਾਂ थीटा माइनस कर दईए तो की बनता होंगे बेटा कॉस थीटा बन जाता होंगे। ठीक है जी। कॉस थीटा बन जाता होंगे। सो π/2 आप कहते हैं 90 नूं है ना। सो देखो हुण ध्यान दो कॉस थीटा तो साडे कोल गिवन है कॉस थीटा इनू पूरे नूं थीटा मान लो। ठीक है जी। थीटा मान लो एंगल मान लो एंगल थीटा अपने कोल गिवन है। जेकर आप साइन च लैके आना चाहते हैं तो की बनूगा π/2 ਦੇ ਵਿੱਚੋਂ ਇਹ ਥੀਟਾ ਜਿਹੜਾ ਵੀ cos ਦਾ ਥੀਟਾ है π/2 ਚੋਂ ਮਾਈਨਸ ਕਰ ਦਈਏ यानी कि ਕੀ ਕਹਿ ਸਕਦੇ ਹਾਂ ਆਪਾਂ कि जो y आएगा ना वो इक्वल टू साइन इनवर्स इस नूं की करिए साइन π/2 ਚੋਂ माइनस कर दईए थीटा नूं। ठीक है जी। आ थीटा π/2 ਚੋਂ माइनस करता तो अगे साइन बन गया क्योंकि जे इनू सॉल्व करांगे तो साइन π/2 ਦੇ ਵਿੱਚੋਂ कुछ माइनस हो रहा तो cos थीटा ही बन रहा ना। ठीक है जी। सो कोई फर्क नहीं पिया साडे को। सो ये एक तरीके की ठीक है ट्रिक कह दो चाहे आप कह सकते हैं कि एक तरीके का याद रखने की गल इस क्वेश्चन के विच है। सिर्फ ये चीज़ कि किवें मोल्ड करना है वैसे ईजली जेकर प्रैक्टिस करांगे ना फिर ईजली थोड़ा समझ आ जाएगी सारी चीज़ है जी। हुण साइन के नाल साइन आराम नाल कैंसल हो सकता कोई प्रॉब्लम नहीं। सो आवर y इक्वल्स टू नाउ π/2 माइनस 2 थीटा। हुण इस नूं आपां सॉल्व करते हैं अगे y इक्वल टू π/2 तो है ही है -2 थीटा की वैल्यू की है बेटा tan इनवर्स x फाइंड की हुई है। सो tan इनवर्स x लिख लो। ठीक है जी। सो हुण डेरीवेटिव करांगे इसका आपां dy अपॉन dx सानू पता है कि π/2 कॉन्सटेंट वैल्यू है कॉन्सटेंट वैल्यू तो 0 हो गया -2 tan इनवर्स अपन नू पता 1/1 प्लस एक्स स्क्वायर। सो -2 की मल्टीप्लाई 1 नाल -2 अपॉन 1 प्लस एक्स स्क्वायर विच इज़ द रिक्वायर्ड सोल्यूशन फॉर क्वेश्चन नंबर 12। हाँ जी। क्वेश्चन नंबर 13 देखो y इक्वल टू कॉस इनवर्स 2x अपॉन 1 प्लस एक्स स्क्वायर। ठीक है जी। x लाई 1 to -1 to 1। हुण देखो सेम पैटर्न जो 12 च किया उही 13 च फॉलो हो रहा बिकॉज जेकर तुसी देखो 2x अपॉन 1 प्लस एक्स स्क्वायर ये फॉर्मूला जेकर आप टैन पुट कर दईए इत्थे तो 2 tan थीटा अपॉन 1 प्लस tan स्क्वायर थीटा बन जाएगा। तो ये फॉर्मूला हुंदा किहदे इक्वल आ देखो 2 tan थीटा अपॉन 1 प्लस tan स्क्वायर थीटा तो साइन के बराबर होंगे। ठीक है जी। सो आप पुट कर देंगे ईजली सॉल्व हो जाऊगा हुण तो क्वेश्चन है अपने कोल। ठीक है जी। सो आप की करिए बेटा पुट x इक्वल टू tan थीटा कोई प्रॉब्लम नहीं। इस तो बाद जो अपने कोल थीटा आ जाएगा वो की हो जाएगा थोड़े कोल tan इनवर्स x आ जाएगा। ठीक है जी। सो पुटिंग करांगे तो y इक्वल टू कॉस इनवर्स 2 tan थीटा अपॉन 1 प्लस tan स्क्वायर थीटा। सो y की वैल्यू की आ गई बेटा कॉस इनवर्स साइन 2 थीटा पुट कर सकते हैं आप कोई प्रॉब्लम नहीं। तो साइन नूं कॉस दे विच चेंज करना भी तुहानूं आंदा। ठीक है जी। उपर वाला मैथड जो आप कराया कि आप हुण की करिए कॉस ले आने तो π/2 दे विचों इस एंगल नूं माइनस कर दें। ठीक है जी। माइनस करता देयरफॉर आ चीज़ बन गई। हुण कॉस इनवर्स नाल कॉस नूं कैंसल करो दैन अपने कोल की आ जाएगा बेटा y इक्वल्स टू π/2 माइनस 2 थीटा। ठीक है जी। सो हुण आपां y की वैल्यू है जिहड़ी वो किवें लिख सकते हैं π/2 तो है ही है -2 थीटा थीटा की जगह के उत्ते की लिख दिए थीटा की जगह तो अपने कोल है फाइंड आउट किया होया tan इनवर्स x। ठीक है जी। सो y इक्वल्स टू की आ गया साडे कोल π/2 -2 tan इनवर्स। हुण आपां डेरीवेटिव कर लैंदे इसका
ਡੈਰੀਵੇਟਿਵ ਕਰੀਏ ਵਿਦ ਰਿਸਪੈਕਟ ਟੂ x ਤਾਂ π/2 ਦੀ ਵੈਲਿਊ ਤਾਂ 0 ਆ ਜਾਣੀ ਹੈ, ਕੌਨਸਟੈਂਟ ਵੈਲਿਊ ਆ, -2 ਐਜ਼ ਇਟ ਇਜ਼ ਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ tan ਇਨਵਰਸ ਆਪਾਂ ਨੂੰ ਪਤਾ 1/1 + x² ਹੋ ਜਾਂਦਾ ਹੁੰਦਾ। ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਜੋ ਡੈਰੀਵੇਟਿਵ ਹੈ ਨਾ dy/dx ਵਿਚ ਇਜ਼ ਇਕੁਅਲ ਟੂ ਵਟ, which is equal to -2/1 + x², which is the required solution for question number 13। हाँ जी, इस तो बाद क्वेश्चन नंबर 14, y = sin inverse 2x into √1 - x²। ਹੁਣ ਦੇਖੋ ਇਹ ਥੋੜਾ ਜਿਹਾ ਅਲੱਗ ਟਾਈਪ ਦਾ ਕੁਐਸਚਨ ਆ ਗਿਆ। ਹਰ ਇੱਕ ਕੁਐਸਚਨ 'ਚ ਆਪਾਂ tan ਪੁੱਟ ਕਰ ਰਹੇ ਸੀ ਤੇ ਸਾਡਾ ਆਨਸਰ ਮਿਲ ਜਾਂਦਾ ਸੀ ਸਾਨੂੰ, ਠੀਕ ਹੈ ਜੀ, ਕਿਉਂਕਿ ਫਾਰਮੂਲਾ ਬਣ ਜਾਂਦਾ ਸੀਗਾ। ਹੁਣ ਆਪਾਂ ਨੂੰ ਥੋੜਾ ਜਿਹਾ ਅਲੱਗ ਫਾਰਮੂਲਾ ਬਣੇਗਾ ਇਸ ਦੇ ਵਿੱਚ, ਠੀਕ ਹੈ। ਹਰ ਇੱਕ 'ਚ ਇੱਕੋ ਜਿਹੀ ਪੁਟਿੰਗ ਨਹੀਂ ਹੋਏਗੀ, ਥੋੜੀ ਜਿਹੀ ਐਡਜਸਟਮੈਂਟ ਹੈ ਇਸ ਕੁਐਸਚਨ ਦੇ ਵਿੱਚ ਤੇ 15 ਕੁਐਸਚਨ ਦੇ ਵਿੱਚ ਵੀ ਐਡਜਸਟਮੈਂਟ ਹੈ, ਠੀਕ ਹੈ, ਬਟ ਈਜ਼ੀ ਨੇ ਇੱਕ ਵਾਰ ਸਮਝ ਕੇ, ਠੀਕ ਹੈ। ਸੋ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਇੱਕ ਫਾਰਮੂਲਾ ਦੇਖੋ, ਠੀਕ ਹੈ ਜੀ, ਇੱਕ ਫਾਰਮੂਲਾ ਨੋਟ ਕਰ ਲਓ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਕਿ ਜੋ sin 2θ ਉਸ ਦੀ ਵੈਲਿਊ ਕੀ ਹੁੰਦੀ ਹੈ, 2 sin θ * cos θ, ਠੀਕ ਹੈ ਜੀ। ਬਸ ਇਸ ਗੱਲ ਨੂੰ ਯਾਦ ਰੱਖਣਾ ਕਿ 2 sin θ * cos θ = sin 2θ, ਠੀਕ ਹੈ ਜੀ, ਜਾਂ sin 2θ = 2 sin θ * cos θ, ਠੀਕ ਹੈ। ਹੁਣ ਦੇਖੋ ਇੱਥੇ ਆਪਾਂ ਦੇਖੀਏ ਸਾਈਨ ਚਾਹੀਦਾ ਆਪਾਂ ਨੂੰ, ਠੀਕ ਹੈ ਜੀ। ਸਾਈਨ ਇਨਵਰਸ ਹੈ ਨਾ ਉਰੇ, ਤਾਂ ਸਾਈਨ ਦੀ ਵੈਲਿਊ ਚਾਹੀਦੀ ਹੈ। ਜੇ ਸਾਈਨ ਦੀ ਵੈਲਿਊ ਚਾਹੀਦੀ ਹੈ, sin 2θ ਮਿਲ ਜਾਵੇ ਫੋਰ ਐਗਜ਼ਾਮਪਲ, ਠੀਕ ਹੈ, ਤਾਂ ਆਪਾਂ 2 sin θ ਤਾਂ ਆਪਾਂ ਨੂੰ ਮਿਲ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਵੀ ਜੇਕਰ ਆਪਾਂ ਸਾਈਨ ਪੁਟਿੰਗ ਕਰਦੇ ਹਾਂ ਤਾਂ ਸੋਚਦੇ ਹਾਂ ਆਪਾਂ, ਠੀਕ ਹੈ ਜੀ, ਜੇ ਆਪਾਂ ਸਾਈਨ ਪੁੱਟ ਕਰਦੇ ਹਾਂ x ਨੂੰ, ਠੀਕ ਹੈ ਜੀ, ਲੈਟ ਆਪਾਂ ਸਾਈਨ ਪੁੱਟ ਕਰ ਦਈਏ, ਠੀਕ ਹੈ ਜੀ, ਟੇਕ x = sin θ। ਜੇ sin θ ਲੈਂਦੇ ਆ ਨਾ ਆਪਾਂ, ਦੈਨ ਕੀ ਹੋਏਗਾ ਸਾਡੇ ਕੋਲ, ਜੇ sin θ ਲੈਂਦੇ ਆ ਤਾਂ 2 sin θ ਤੇ 1 - sin² θ ਕਿਹਦੇ ਬਰਾਬਰ ਹੁੰਦਾ, ਠੀਕ ਹੈ ਜੀ। ਇਹ ਵੀ ਗੱਲ ਯਾਦ ਰੱਖੋ, 10th ਕਲਾਸ 'ਚ ਕੀਤਾ ਹੋਇਆ ਆਪਾਂ ਨੇ ਕਿ 1 - sin² θ ਹਮੇਸ਼ਾ ਕਿਹਦੇ ਬਰਾਬਰ ਹੁੰਦਾ ਬੇਟਾ, cos² θ ਦੇ, ਠੀਕ ਹੈ ਜੀ। ਸੋ ਹੁਣ ਪੁਟਿੰਗ ਕਰੋ, y = sin ਇਨਵਰਸ 2 sin θ ਪੁੱਟ ਕਰ ਲਿਆ ਆਪਾਂ ਨੇ। ਉਸ ਤੋਂ ਬਾਅਦ √1 - sin² θ ਪੁੱਟ ਕਰ ਲਿਆ, ਠੀਕ ਹੈ ਜੀ। ਸੋ ओवर y = sin ਇਨਵਰਸ 2 sin θ। ਹੁਣ √1 - sin² θ ਕਿਸ ਦੇ ਬਰਾਬਰ ਹੁੰਦਾ, cos² θ ਦੀ। ਸੋ ਮੈਂ ਇੱਥੇ ਕੀ ਪੁੱਟ ਕਰ ਲਵਾਂ, cos² θ। ਸੋ ओवर y = ਵਟ, sin ਇਨਵਰਸ 2 sin θ ਤੇ √cos² θ, ਤਾਂ ਜੋ √ ਦੇ ਨਾਲ ਸਕੁਅਰ ਕੈਂਸਲ ਹੋ ਜਾਊਗਾ, ਠੀਕ ਹੈ ਜੀ। ਸੋ ਆਪਣੇ ਕੋਲ ਕੀ ਰਹਿ ਜਾਏਗਾ, ਇਕੱਲਾ cos θ ਰਹਿ ਜਾਊਗਾ। ਹੁਣ ਧਿਆਨ ਦਿਓ, ਫਾਰਮੂਲਾ ਅਪਲਾਈ ਕਰਨ ਦਾ ਟਾਈਮ ਆ ਗਿਆ ਜੋ ਮੈਂ ਲਿਖਵਾਇਆ, ਠੀਕ ਹੈ ਜੀ। 2 sin θ * cos θ ਕਿਸ ਦੇ ਬਰਾਬਰ ਹੁੰਦਾ ਤੁਹਾਡੇ ਕੋਲ, sin 2θ। ਹੁਣ ਦੇਖੋ ਸਾਈਨ ਨਾਲ ਸਾਈਨ ਕੈਂਸਲ ਕਰ ਦਾਂਗੇ, ਦੈਨ y ਕਿਸ ਦੇ ਇਕੁਅਲ ਆ ਜਾਏਗਾ ਬੇਟਾ, 2θ ਦੇ ਇਕੁਅਲ ਆ ਜਾਏਗਾ। ਹੁਣ ਆਪਾਂ ਦੇਖੀਏ ਤਾਂ θ ਦੀ ਵੈਲਿਊ ਕੀ ਆ, ਆਪਾਂ ਨੇ ਕੀ ਪੁੱਟ ਕੀਤਾ, x ਨੂੰ = sin θ। ਇਸ ਦਾ ਮਤਲਬ θ ਕਿਸ ਦੇ ਇਕੁਅਲ ਆ ਜਾਏਗਾ ਤੁਹਾਡੇ ਕੋਲ, ਸਾਈਨ ਇੱਧਰ ਜਾ ਕੇ ਇਨਵਰਸ ਹੋ ਜਾਏਗਾ sin ਇਨਵਰਸ x ਦੇ, ਠੀਕ ਹੈ ਜੀ। ਯਾਨੀ ਕਿ ਹੁਣ θ ਦੀ ਵੈਲਿਊ ਆਪਾਂ ਨੇ ਚੈੱਕ ਕਰਨੀ ਆ ਤਾਂ ਕੀ ਆ ਜਾਏਗੀ, sin ਇਨਵਰਸ ਆਫ x ਆ ਜੂਗੀ। ਹੁਣ ਆਪਾਂ ਪੁਟਿੰਗ ਕਰ ਦਿੰਦੇ ਆ ਬੇਟਾ, y = 2 sin ਇਨਵਰਸ x। ਹੁਣ ਦੇਖੋ ਹੁਣ ਡੈਰੀਵੇਟਿਵ ਕਰਾਂਗੇ ਆਪਾਂ ਇਸ ਦਾ, ਠੀਕ ਹੈ ਜੀ। ਸੋ ਡੈਰੀਵੇਟਿਵ ਕਰਾਂਗੇ ਤਾਂ ਕੀ ਆ ਜਾਏਗਾ, dy/dx = 2। ਹੁਣ ਧਿਆਨ ਦਿਓ, ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਡੈਰੀਵੇਟਿਵ ਹੈ ਨਾ sin ਇਨਵਰਸ x ਦਾ, ਉਹ ਕਿਸ ਦੇ ਇਕੁਅਲ ਆ, sin ਇਨਵਰਸ x ਦਾ ਡੈਰੀਵੇਟਿਵ ਜਿਹੜਾ ਹੈ ਉਹ ਇਕੁਅਲ ਹੈ 1/√1 - x² ਦੇ, ਠੀਕ ਹੈ ਜੀ। ਸੋ ਆਪਾਂ ਕੀ ਲਿਖ ਸਕਦੇ ਹਾਂ ਡੈਰੀਵੇਟਿਵ ਇਸ ਦਾ, 1/√1 - x², ਯਾਨੀ ਕਿ 2 ਨੂੰ 1 ਨਾਲ ਮਲਟੀਪਲਾਈ, 2/√1 - x², ਵਿਚ ਇਜ਼ ਦ ਰਿਕੁਆਇਰਡ ਸੋਲੂਸ਼ਨ ਫॉर ਕੁਐਸਚਨ ਨੰਬਰ 14। हाँ जी, इस तो बाद 15 क्वेश्चन, इट्स अ लास्ट क्वेश्चन ऑफ द एक्सरसाइज। इस नाल ही अपनी एक्सरसाइज 5.3 कंप्लीट हो जाएगी। लास्ट क्वेश्चन है ये थोड़ा, y = secant इनवर्स 1/2x² - 1, ठीक है जी। ये क्वेश्चन गिवन है। ਹੁਣ ਦੇਖੋ ਸੀਕੈਂਟ ਚਾਹੀਦਾ, ਸੀਕੈਂਟ ਕਦੋਂ ਮਿਲਦਾ ਹੁੰਦਾ ਬੇਟਾ, ਸੀਕੈਂਟ ਆਪਾਂ ਨੂੰ ਮਿਲਦਾ ਹੁੰਦਾ ਹੈ, ਸੀਕੈਂਟ secant θ = 1/cos θ। ਯਾਨੀ ਕਿ ਜੇਕਰ cos ਡਿਨੋਮੀਨੇਟਰ 'ਚ ਆ ਜਾਵੇ, ਜੇ ਹੁਣ ਉਰੇ ਦੇਖੀਏ ਨਾ ਆਪਾਂ, ਜੇ cos ਬਣ ਜਾਵੇ ਇੱਥੇ ਸਾਰਾ ਤਾਂ ਸੀਕੈਂਟ ਬਣ ਜੂਗਾ, ਠੀਕ ਹੈ, ਕਿਉਂਕਿ 1/cos ਸੀਕੈਂਟ ਹੁੰਦਾ। ਸੋ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇੱਥੇ ਕੀ ਬਣ ਜਾਵੇ ਬੇਟਾ, cos ਬਣ ਜਾਵੇ, ਠੀਕ ਹੈ ਜੀ। ਪਹਿਲੀ ਗੱਲ ਕਲੀਅਰ ਹੋ ਗਈ, ਠੀਕ ਹੈ ਜੀ। ਸੈਕਿੰਡ ਗੱਲ, ਹੁਣ cos ਬਣਾਈਏ ਤਾਂ ਬਣਾਈਏ ਕਿਵੇਂ, ਇੱਕ ਫਾਰਮੂਲਾ ਨੋਟ ਕਰਨਾ ਹੈ ਤੁਸੀਂ। ਕੀ ਕਰਨਾ ਹੈ ਕਿ
ਜੋ 2 cos ਸਕੁਅਰ ਥੀਟਾ ਮਾਈਨਸ 1 ਆ ਉਹਦੀ ਵੈਲਿਊ ਕੀ ਹੈ ਤੁਹਾਡੇ ਕੋਲ cos 2 ਥੀਟਾ ਹੁੰਦੀ ਆ। ਸੋ ਹੁਣ ਧਿਆਨ ਦਿਓ 2 cos ਸਕੁਅਰ, ਜੇਕਰ ਮੈਂ ਇੱਥੇ x ਦੀ ਜਗ੍ਹਾ ਤੇ cos ਪੁੱਟ ਕਰ ਦਵਾਂ ਨਾ, ਸੋ ਆਪਾਂ ਇੱਥੇ ਪੁੱਟ ਕਰ ਦਿੰਦੇ ਆ ਬੇਟਾ cos, ਠੀਕ ਹੈ ਜੀ। ਸੋ ਟੇਕ ਕਰੋ कि x इक्वल टू cos थीटा, तो अपने को जो थीटा होएगा वो क्या आ जाएगा बेटा cos इनवर्स x आ जाएगा, ठीक है जी। सो y इक्वल्स टू सीकेंट इनवर्स 1/2 cos स्क्वायर थीटा माइनस 1। सो y इक्वल्स टू सीकेंट इनवर्स ऑफ 1 की लिख सकते हैं 2 cos स्क्वायर थीटा माइनस 1 की जगह ते cos 2 थीटा, cos 2 थीटा लिखता बेटा। y इक्वल्स टू सीकेंट इनवर्स ऑफ ਹੁਣ 1 cos 2 थीटा का मतलब कि 1 cos थीटा किससे इक्वल है सीकेंट दे, सीकेंट 2 थीटा, सीकेंट इनवर्स ना सीकेंट कैंसल, y इक्वल्स टू 2 थीटा। सो y इक्वल्स टू 2 थीटा का मतलब की है y इक्वल्स टू 2 थीटा की है cos इनवर्स x है बेटा। सो cos इनवर्स x लिख देंगे। सो इस तो बाद आप करांगे डेरीवेटिव, इसका डेरीवेटिव करांगे dy/dx इक्वल टू 2। ਹੁਣ देखो cos इनवर्स का डेरीवेटिव की होंगे, cos इनवर्स का डेरीवेटिव है बच्चे -1/√1 माइनस एक्स स्क्वायर। सो मल्टीप्लाई करवा दिए तो की आ जाएगा बेटा थोड़े को -2/√1 माइनस एक्स स्क्वायर विच इज़ द रिक्वायर्ड सोल्यूशन ऑफ क्वेश्चन नंबर 15। इस नाल ही थोड़े जो ये एक्सरसाइज है 5.3 फुली कंप्लीट होगी, ठीक है जी। ਆਪਾਂ ਨੇ ਇਹ ਫੁੱਲ ਜਿਹੜੀ ਕੰਪਲੀਟ ਕਰ ਲਈ। ਥੈਂਕ ਯੂ ਬੇਟਾ।